Kanchan Outlook। ਸ਼ਲੋਕ। ਪਤ ਰਾਖੀ ਗੁਰ ਪਾਰ ਬ੍ਰਹਮ, ਤਜ ਪਰਪੰਚ ਮੋਹ ਵਿਕਾਰ। ਨਾਨਕ ਸੋਊ ਆਰਾਧੀਐ, ਅੰਤ ਨਾ ਪਾਰਾਵਾਰ। ਗੁਰ ਪਾਰ ਬ੍ਰਹਮ ਨੇ ਜਿਸ ਮਨੁੱਖ ਦੀ ਇੱਜ਼ਤ ਰੱਖ ਲਈ, ਪਤ ਰਾਖੀ ਗੁਰ ਪਾਰ ਬ੍ਰਹਮ, ਤਜ ਪਰਪੰਚ ਮੋਹ ਵਿਕਾਰ। ਉਹ ਮਨੁੱਖ ਠੱਗੀ, ਮੋਹ ਅਤੇ ਵਿਕਾਰ ਆਦਿਕ ਨੂੰ ਤਿਆਗ ਦਿੰਦਾ ਹੈ। ਇਸ ਕਰਕੇ ਹੇ ਨਾਨਕ, ਉਸ ਪਾਰ ਬ੍ਰਹਮ ਪਰਮਾਤਮਾ ਨੂੰ ਸਦਾ ਹੀ ਆਰਾਧਨਾ ਚਾਹੀਦਾ ਹੈ, ਸਦਾ ਹੀ ਚੇਤੇ ਦੇ ਵਿੱਚ ਰੱਖਣਾ ਚਾਹੀਦਾ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਪੌੜੀ। ਪੱਪਾ ਪਰਮਿਤ ਪਾਰ ਨਾ ਪਾਇਆ, ਪਤਿਤ ਪਾਵਨ ਅਗੰਮ ਹਰ ਰਾਇਆ। ਪਰਮਿਤ ਤੋਂ ਭਾਵ ਮਿੱਤ ਯਾਨੀ ਕਿ ਮਿਣਤੀ ਤੋਂ ਪਰੇ, ਜਿਹਦੀ ਹਸਤੀ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਗੁਰੂ ਜੀ ਕਹਿੰਦੇ ਕਿ ਉਹ ਪ੍ਰਮਾਤਮਾ ਅਪਹੁੰਚ ਹੈ, ਉਹਦੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਉਹਦਾ ਪਾਰ ਨਹੀਂ ਪਾਇਆ ਜਾ ਸਕਦਾ, ਅੰਤ ਨਹੀਂ ਪਾਇਆ ਜਾ ਸਕਦਾ। ਉਹ ਅਪਹੁੰਚ ਪ੍ਰਮਾਤਮਾ ਪਤਿਤ ਨੂੰ ਪਾਵਨ ਕਰਨ ਦੀ ਸਮਰੱਥਾ ਰੱਖਦਾ ਹੈ। ਵਿਕਾਰਾਂ ਦੇ ਵਿੱਚ ਗ੍ਰਸੇ ਹੋਏ ਮਨੁੱਖ ਨੂੰ ਵੀ ਪਵਿੱਤਰ ਕਰਨ ਦੀ ਸਮਰੱਥਾ ਰੱਖਦਾ ਹੈ। ਹੋਤ ਪੁਨੀਤ ਕੋਟ ਅਪਰਾਧੂ, ਅੰਮ੍ਰਿਤ ਨਾਮ ਜਪੈ ਮਿਲ ਸਾਧੂ। ਜਦੋਂ ਮਨੁੱਖ ਸਾਧ ਸੰਗਤ ਦੇ ਵਿੱਚ ਮਿਲ ਕੇ, ਸਾਧ ਜਨਾਂ ਦੀ ਸੰਗਤ ਦੇ ਵਿੱਚ ਬੈਠ ਕੇ, ਗੁਰੂ ਦੇ ਨਾਲ ਮਿਲ ਕੇ ਉਸ ਪਰਮਾਤਮਾ ਦਾ ਆਤਮਿਕ ਜੀਵਨ ਬਖਸ਼ਣ ਵਾਲਾ ਨਾਮ ਜਪਦੇ ਹਨ, ਤਾਂ ਕਰੋੜਾਂ ਅਪਰਾਧੀ ਵੀ ਪਵਿੱਤਰ ਹੋ ਜਾਂਦੇ ਨੇ। ਜੇ ਕਿਸੇ ਦੀ ਅਪਰਾਧਿਕ ਮਾਨਸਿਕਤਾ ਹੈ, ਉਹ ਪਰਮਾਤਮਾ ਦੇ ਰਸਤੇ 'ਤੇ ਚੱਲ ਪਏ, ਗੁਰੂ ਦੇ ਲੜ ਲੱਗ ਪਏ, ਤਾਂ ਉਹਦੀ ਅਪਰਾਧਿਕ ਮਾਨਸਿਕਤਾ ਵੀ ਖਤਮ ਹੋ ਜਾਂਦੀ ਹੈ ਤੇ ਉਹ ਪਵਿੱਤਰ ਸੋਚ ਵਾਲਾ ਇਨਸਾਨ ਬਣ ਜਾਂਦਾ ਹੈ। ਪਰਪਚ ਧਰੋ ਮੋਹ ਮਿਟਨਾਈ, ਜਾ ਕਉ ਰਾਖੋ ਆਪ ਗੁਸਾਈ। ਜਿਸ ਮਨੁੱਖ ਦੀ ਰੱਖਿਆ ਉਹ ਸ੍ਰਿਸ਼ਟੀ ਦਾ ਮਾਲਕ ਪਰਮਾਤਮਾ ਖੁਦ ਕਰਦਾ ਹੈ, ਉਹਦੇ ਅੰਦਰੋਂ ਠੱਗੀ, ਫਰੇਬ ਅਤੇ ਮੋਹ ਆਦਿਕ ਵਿਕਾਰ ਮਿਟ ਜਾਂਦੇ ਨੇ। ਪਾਤਸ਼ਾਹ ਛਤਰ ਸਿਰ ਸੋਊ, ਨਾਨਕ ਦੂਸਰ ਅਵਰ ਨਾ ਕੋ। ਉਸ ਪਰਮਾਤਮਾ ਦੀ ਵਡਿਆਈ, ਉਸ ਪਰਮਾਤਮਾ ਦੀ ਸਿਫਤ ਸਲਾਹ ਇਹਨਾਂ ਪੰਕਤੀਆਂ ਦੇ ਵਿੱਚ ਕਰਦੇ ਹੋਏ ਗੁਰੂ ਜੀ ਕਹਿੰਦੇ ਨੇ ਕਿ ਹੇ ਨਾਨਕ, ਉਹ ਪ੍ਰਭੂ ਸ਼ਾਹਾਂ ਦਾ ਵੀ ਸ਼ਾਹ ਹੈ, ਉਹੀ ਅਸਲ ਛਤਰਧਾਰੀ ਹੈ। ਉਹਦੇ ਬਰਾਬਰ ਦਾ ਕੋਈ ਦੂਜਾ ਨਹੀਂ, ਉਹਦੀ ਹਸਤੀ ਦੇ ਬਰਾਬਰ ਦਾ ਕੋਈ ਦੂਜਾ ਨਹੀਂ ਹੈ। ਸ਼ਲੋਕ। ਫਾਹੇ ਕਾਟੇ ਮਿਟੇ ਗਵਨ, ਫਤਿਹ ਭਈ ਮਨ ਜੀਤ। ਜੇਕਰ ਅਸੀਂ ਆਪਣੇ ਮਨ ਨੂੰ ਜਿੱਤ ਲਈਏ ਤਾਂ ਵਿਕਾਰਾਂ 'ਤੇ ਵੀ ਫਤਿਹ ਪ੍ਰਾਪਤ ਹੋ ਜਾਂਦੀ ਹੈ। ਮਾਇਆ ਮੋਹ ਦੇ ਬੰਧਨ ਕੱਟੇ ਜਾਂਦੇ ਨੇ, ਹਰ ਪ੍ਰਕਾਰ ਦੀ ਭਟਕਣਾ ਮਿਟ ਜਾਂਦੀ ਹੈ। ਨਾਨਕ ਗੁਰ ਤੇ ਥਿਤ ਪਾਈ, ਫਿਰਨ ਮਿਟੇ ਨਿਤ ਨੀਤ। ਹੇ ਨਾਨਕ, ਮਨ ਨੂੰ ਜਿੱਤਣ ਦੀ, ਮਨ ਨੂੰ ਅਡੋਲ ਰੱਖਣ ਦੀ ਜੁਗਤ ਜਿਸ ਮਨੁੱਖ ਨੇ ਗੁਰੂ ਪਾਸੋਂ ਪ੍ਰਾਪਤ ਕਰ ਲਈ, ਉਹਦਾ ਨਿਤ ਨਿਤ ਦਾ ਜਨਮ ਮਰਨ ਖਤਮ ਹੋ ਜਾਂਦਾ ਹੈ, ਮਿਟ ਜਾਂਦਾ ਹੈ। ਪੌੜੀ। ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇ ਕਲਯੁਗ ਮਹਿ ਪਾਇਆ। ਕਲਯੁਗ ਸ਼ਬਦ ਤੋਂ ਇੱਥੇ ਅਰਥ ਉਹ ਵਾਲਾ ਕਲਯੁਗ ਨਹੀਂ ਹੈ ਜੋ 4 ਯੁੱਗਾਂ ਦਾ ਇੱਕ ਯੁੱਗ ਹੈ। ਇਸ ਪੰਕਤੀ ਦੇ ਵਿੱਚ ਕਲਯੁਗ ਦਾ ਅਰਥ ਹੈ ਸੰਸਾਰ। ਗੁਰੂ ਜੀ ਕਹਿੰਦੇ ਕਿ ਹੇ ਜੀਵ, ਤੂੰ ਅਨੇਕਾਂ ਜੂਨਾਂ ਦੇ ਵਿੱਚ ਭਟਕਦਾ ਭਟਕਦਾ ਇਸ ਮਨੁੱਖੀ ਜੂਨ ਦੇ ਵਿੱਚ ਆਇਆ ਹੈ। ਫੱਫਾ ਫਿਰਤ ਫਿਰਤ ਤੂੰ ਆਇਆ, ਦੁਰਲਭ ਦੇ ਕਲਯੁਗ ਮਹਿ ਪਾਇਆ। ਇਸ ਸੰਸਾਰ ਦੇ ਵਿੱਚ ਇਹ ਮਨੁੱਖੀ ਦੇਹ ਬੜੀ ਮੁਸ਼ਕਲ ਦੇ ਨਾਲ ਮਿਲਦੀ ਹੈ ਤੇ ਇਹ ਦੁਰਲਭ ਦੇਹ ਤੈਨੂੰ ਮਿਲੀ ਹੈ। ਫਿਰ ਇਹ ਅਵਸਰ ਚਰੈ ਨਾ ਹਾਥਾ। ਇਹ ਅਵਸਰ, ਇਹ ਮੌਕਾ ਫਿਰ ਤੇਰੇ ਹੱਥ ਨਹੀਂ ਚੜ੍ਹਨਾ, ਭਾਵ ਕਿ ਮਨੁੱਖੀ ਜਨਮ ਲੈਣ ਦਾ ਜੋ ਮੌਕਾ ਹੈ ਫਿਰ ਨਹੀਂ ਮਿਲਣਾ। ਨਾਮ ਜਪੋ ਤਉ ਕਟਿਐ ਫਾਸਾ। ਪਰ ਮਨੁੱਖੀ ਜਨਮ ਤੇ ਤੈਨੂੰ ਮਿਲ ਗਿਆ, ਇਹਦੇ ਵਿੱਚ ਇੱਕ ਖਾਮੀ ਰਹਿ ਗਈ, ਉਹ ਇਹ ਕਿ ਤੇਰੇ ਅੰਦਰ
ਮਾਇਆ ਦਾ ਮੋਹ ਆ ਗਿਆ, ਨਾਸਵੰਤ ਪਦਾਰਥਾਂ ਦਾ ਮੋਹ ਆ ਗਿਆ। ਗੁਰੂ ਜੀ ਕਹਿੰਦੇ ਕਿ ਤੂੰ ਨਾਮ ਜਪ, ਉਸ ਪ੍ਰਮਾਤਮਾ ਦੇ ਨਾਲ ਪ੍ਰੀਤ ਜੋੜ ਤੇ ਇਸ ਮੋਹ ਦੀ ਫਾਹੀ ਨੂੰ ਵੀ ਕੱਟ ਲੈ ਤੇ ਆਪਦੇ ਇਸ ਮਨੁੱਖੀ ਜਨਮ ਦਾ ਪੂਰਾ ਪੂਰਾ ਲਾਭ ਉਠਾ। ਫਿਰ ਆਵਨ ਜਾਨ ਨਾ ਹੋਈ, ਏਕਾ ਏਕ ਜਪੋ ਜਪ ਸੋਈ। ਜਿਹੜਾ ਮਨੁੱਖ ਸਿਰਫ ਉਸ ਇੱਕ ਪ੍ਰਮਾਤਮਾ ਨੂੰ ਸੇਵਦਾ ਹੈ, ਉਹਦਾ ਸਿਮਰਨ ਕਰਦਾ ਹੈ, ਉਹਦਾ ਨਾਮ ਜਪਦਾ ਹੈ, ਉਹ ਫੇਰ ਜੂਨਾਂ ਦੇ ਵਿੱਚ ਨਹੀਂ ਪੈਂਦਾ, ਉਹਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਕਰੋ ਕਿਰਪਾ ਪ੍ਰਭ ਕਰਨਾ ਹਾਰੇ, ਮੇਲ ਲੇਹੋ ਨਾਨਕ ਵਿਚਾਰੇ। ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹੋਏ ਗੁਰੂ ਜੀ ਕਹਿੰਦੇ ਨੇ ਕਿ ਹੇ ਸਿਰਜਣਹਾਰ ਪ੍ਰਮਾਤਮਾ, ਹੇ ਕਰਨਹਾਰ ਪ੍ਰਮਾਤਮਾ, ਮੇਰੇ ਤੇ ਵੀ ਕਿਰਪਾ ਕਰ ਤੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈ। ਸ਼ਲੋਕ। ਬਿਨੋ ਸੁਨੋ ਤੁਮ ਪਾਰ ਬ੍ਰਹਮ, ਦੀਨ ਦਇਆਲ ਗੋਪਾਲ। ਸੁਖ ਸੰਪੈ ਬਹੁ ਭੋਗ ਰਸ, ਨਾਨਕ ਸਾਧ ਰਵਾਲ। ਉਸ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੇ ਹੋਏ ਗੁਰੂ ਜੀ ਕਹਿੰਦੇ ਕਿ ਹੇ ਪਾਰ ਬ੍ਰਹਮ, ਹੇ ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਧਰਤੀ ਦੇ ਪਾਲਣਹਾਰ ਪ੍ਰਮਾਤਮਾ, ਮੇਰੀ ਬੇਨਤੀ ਸੁਣ। ਮੇਰੇ ਤੇ ਅਜਿਹੀ ਮਿਹਰ ਕਰ ਕਿ ਗੁਰਮੁਖਾਂ ਦੀ ਚਰਨ ਧੂੜ ਹੀ ਮੈਨੂੰ ਹਰ ਪ੍ਰਕਾਰ ਦਾ ਸੁੱਖ, ਬਹੁ ਪ੍ਰਕਾਰ ਦੇ ਧਨ ਪਦਾਰਥਾਂ ਦੇ ਭੋਗ ਅਤੇ ਸਵਾਦਲੇ ਰਸ ਜਾਪੇ। ਜੋ ਆਨੰਦ ਮੈਂ ਸੁੱਖ ਸੰਪੱਤੀ ਭੋਗ ਰਸ ਦੇ ਵਿੱਚੋਂ ਲੱਭਦਾ ਹਾਂ, ਮੈਨੂੰ ਉਹ ਸਾਧ ਜਨਾਂ ਦੇ ਚਰਨ ਧੂੜ ਦੇ ਵਿੱਚੋਂ ਮਿਲੇ। ਪੌੜੀ। ਬੱਬਾ ਬ੍ਰਹਮ ਜਾਨਤ ਤੇ ਬ੍ਰਹਮਾ, ਵੈਸ਼ਨੋ ਤੇ ਗੁਰਮੁਖ ਸੁੱਚ ਧਰਮਾ। ਕਹਿੰਦੇ ਅਸਲੀ ਬ੍ਰਾਹਮਣ ਉਹ ਹੈ ਜਿਹੜਾ ਉਸ ਬ੍ਰਹਮਾ ਦੇ ਨਾਲ ਸਾਂਝ ਪਾਉਂਦਾ ਹੈ, ਉਸ ਪ੍ਰਮਾਤਮਾ ਦੇ ਨਾਲ ਸਾਂਝ ਪਾਉਂਦਾ ਹੈ। ਤੇ ਅਸਲੀ ਵੈਸ਼ਨੋ ਉਹ ਹੈ ਜਿਹੜਾ ਗੁਰੂ ਵੱਲੋਂ ਦੱਸੀ ਹੋਈ ਪਵਿੱਤਰਤਾ ਦੇ ਫਰਜ਼ ਨੂੰ ਪਾਲਦਾ ਹੈ। ਤੇ ਗੁਰੂ ਸਰੀਰਕ ਪਵਿੱਤਰਤਾ ਦੇ ਨਾਲੋਂ ਮਾਨਸਿਕ ਆਤਮਿਕ ਪਵਿੱਤਰਤਾ ਨੂੰ ਤਰਜੀਹ ਦਿੰਦਾ ਹੈ। ਸੋ ਅਸਲ ਵੈਸ਼ਨੋ ਉਹ ਨੇ ਜੋ ਗੁਰੂ ਦੀ ਸ਼ਰਨ ਪੈ ਕੇ ਆਤਮਿਕ ਪਵਿੱਤਰਤਾ ਦੇ ਫਰਜ਼ ਨੂੰ ਪਾਲਦੇ ਨੇ। ਬੀਰਾ ਆਪਣ ਬੁਰਾ ਮਿਟਾਵੈ, ਤਾਹੂ ਬੁਰਾ ਨਿਕਟ ਨਹੀਂ ਆਵੈ। ਬੀਰਾ ਤੋਂ ਭਾਵ ਸੂਰਮਾ। ਅਸਲ ਸੂਰਮਾ ਉਹ ਹੈ ਜਿਹੜਾ ਆਪਣੇ ਅੰਦਰੋਂ ਬੁਰਾਈ ਨੂੰ ਮਿਟਾਉਂਦਾ ਹੈ, ਦੂਜਿਆਂ ਦਾ ਬੁਰਾ ਮੰਗਣ ਦੇ ਸੁਭਾਅ ਨੂੰ ਆਪਣੇ ਅੰਦਰੋਂ ਖਤਮ ਕਰਦਾ ਹੈ, ਵੈਰੀਆਂ ਨੂੰ ਖਤਮ ਕਰਨ ਦੀ ਬਜਾਏ। ਜੇ ਅਜਿਹਾ ਕਰ ਪਾਏਗਾ ਤਾਂ ਦੂਜਿਆਂ ਵੱਲੋਂ ਚਿਤਵੀ ਹੋਈ ਬੁਰਾਈ ਵੀ ਉਹਦੇ ਨੇੜੇ ਨਹੀਂ ਢੁਕੇਗੀ। ਪਰ ਇਹ ਔਖਾ ਹੈ, ਕਿਉਂਕਿ ਬਾਧਿਓ ਆਪਨ ਹਉ ਹਉ ਬੰਦਾ। ਜੋ ਮਨੁੱਖ ਹੈ ਉਹ ਆਪਣੀ ਹੀ ਹਉਮੈ ਦੇ ਬੰਧਨਾਂ ਦੇ ਵਿੱਚ ਬੱਝਾ ਹੋਇਆ ਹੈ। ਦੋਸ਼ ਦੇਤ ਆਗੈ ਕੋ ਅੰਧਾ। ਇਹਨਾਂ ਬੰਧਨਾਂ ਦੇ ਵਿੱਚ ਬੱਝ ਕੇ ਹਉਮੈ ਦੇ ਨਾਲ ਇੰਨਾ ਅੰਨਾ ਹੋ ਚੁੱਕਾ ਹੈ ਕਿ ਖੁਦ ਦੀ ਗਲਤੀ ਦਾ ਦੋਸ਼ ਵੀ ਦੂਜੇ ਨੂੰ ਦਿੰਦਾ ਹੈ। ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਕੋਈ ਗਲਤੀ ਕਰਦੇ ਹੋ ਤੇ ਤੁਹਾਨੂੰ ਭਲੀ ਭਾਂਤ ਪਤਾ ਹੁੰਦਾ ਹੈ ਕਿ ਤੁਹਾਡੀ ਗਲਤੀ ਹੈ, ਕਿਉਂਕਿ ਤੁਸੀਂ ਆਪਣੇ ਅੰਦਰ ਵਸਦੇ ਹੋਏ ਉਸ ਰੱਬ ਨੂੰ ਝੂਠ ਨਹੀਂ ਬੋਲ ਸਕਦੇ। ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਉਹ ਗਲਤੀ ਤੁਹਾਡੀ ਹੈ, ਪਰ ਤੁਹਾਡੀ ਜੋ ਹਉਮੈ ਹੈ ਉਸ ਗਲਤੀ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੀ। ਹਉਮੈ ਨਹੀਂ ਚਾਹੁੰਦੀ ਕਿ ਤੁਸੀਂ ਗਲਤੀ ਨੂੰ ਮੰਨੋ, ਤੇ ਉਹ ਤੁਹਾਡੇ ਤੋਂ ਕੀ ਕਰਵਾਉਂਦੀ ਹੈ ਕਿ ਉਸ ਗਲਤੀ ਦੇ ਉੱਤੇ ਮਾਸਕ ਪਵਾ ਕੇ, ਪਰਦਾ ਪਵਾ ਕੇ ਦੂਜਿਆਂ ਦੇ ਵਿੱਚ ਦੋਸ਼ ਸਾਬਤ ਕਰਨ ਦੀ ਕੋਸ਼ਿਸ਼ ਕਰਵਾਉਂਦੀ ਹੈ। ਤੁਸੀਂ ਬਹਿਸਬਾਜ਼ੀ ਕਰਦੇ ਰਹਿੰਦੇ ਹੋ ਕਿ ਗਲਤੀ ਦੂਜੇ ਦੇ ਵਿੱਚ ਸਾਬਤ ਕੀਤੀ ਜਾਵੇ। ਤੇ ਯਕੀਨ ਮੰਨਿਓ, ਦੁਨੀਆ ਦੇ ਵਿੱਚ ਜ਼ਿਆਦਾਤਰ ਝਗੜਿਆਂ ਦਾ ਕਾਰਨ ਇਹ ਗੱਲ ਬਣਦੀ ਹੈ। ਮਨੁੱਖ ਗਲਤੀਆਂ ਦਾ ਪੁਤਲਾ ਹੈ। ਇਹ ਗੱਲ ਆਮ ਅਸੀਂ ਸੁਣਦੇ ਹਾਂ, ਕਹਿੰਦੇ ਵੀ ਹਾਂ, ਸੁਣਦੇ ਵੀ ਹਾਂ, ਪਰ ਜਦੋਂ ਖੁਦ ਤੋਂ ਗਲਤੀ ਹੋ ਜਾਂਦੀ ਹੈ ਤਾਂ ਇਸ ਗੱਲ ਨੂੰ ਭੁੱਲ ਜਾਂਦੇ। ਉੱਥੇ ਅਸੀਂ ਉਸ ਗਲਤੀ ਨੂੰ ਸਵੀਕਾਰ ਕਰਕੇ
ਉਸ ਗਲਤੀ ਨਾਲ ਹੋਏ ਨੁਕਸਾਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਜੇ ਕੋਈ ਨੁਕਸਾਨ ਹੋ ਗਿਆ ਉਹਦੀ ਭਰਪਾਈ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਉੱਥੇ ਅਸੀਂ ਦੋਸ਼ ਦੂਜੇ ਦੇ ਵਿੱਚ ਕੱਢਣ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਂਦੇ ਹਾਂ ਤੇ ਨਤੀਜਾ ਇਹ ਨਿਕਲਦਾ ਹੈ ਕਿ ਜਿੱਥੇ ਗੱਲ ਸਿਰਫ ਮੁਆਫੀ ਮੰਗਣ ਤੇ ਨਿਪਟ ਸਕਦੀ ਸੀ, ਉੱਥੇ ਝਗੜਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਜਿੱਥੇ ਇੱਕ ਇਨਸਾਨ ਸਿਰਫ ਇਹ ਕਹਿ ਸਕਦਾ ਸੀ ਕਿ ਮੁਆਫ ਕਰ ਦਿਓ, ਮੇਰੇ ਤੋਂ ਇਹ ਗਲਤੀ ਹੋ ਗਈ, ਉੱਥੇ ਉਹ ਬਹਿਸਬਾਜ਼ੀ ਦੇ ਵਿੱਚ ਪੈ ਕੇ ਆਪਣੀ ਗਲਤੀ ਨੂੰ ਲੁਕਾਉਣ ਦੇ ਚੱਕਰਾਂ ਦੇ ਵਿੱਚ, ਬਲਕਿ ਦੂਜੇ ਦੇ ਵਿੱਚ ਗਲਤੀ ਕੱਢਣ ਦੇ ਚੱਕਰਾਂ ਦੇ ਵਿੱਚ ਝਗੜੇ ਨੂੰ ਬਹੁਤ ਜ਼ਿਆਦਾ ਵਧਾ ਲੈਂਦਾ ਹੈ। ਨੁਕਸਾਨ ਦੋਹਾਂ ਹੀ ਧਿਰਾਂ ਦਾ ਹੋ ਜਾਂਦਾ ਹੈ। ਪਰ ਇਹ ਸਭ ਕੁਝ ਸਾਡੀ ਹਉਮੈ ਕਾਰਨ ਹੁੰਦਾ ਹੈ। ਸੋ ਅੱਗੇ ਤੋਂ ਕਦੇ ਵੀ ਤੁਸੀਂ ਕਿਸੇ ਅਜਿਹੀ ਸਥਿਤੀ ਦੇ ਵਿੱਚ ਪੈ ਜਾਵੋ ਜਿੱਥੇ ਤੁਸੀਂ ਆਪਣੇ ਆਪ ਨੂੰ ਕਿਸੇ ਮੁੱਦੇ ਤੇ ਬਹਿਸ ਕਰਦੇ ਪਾਵੋ, ਤਾਂ ਇੱਕ ਝਾਤੀ ਅੰਦਰ ਮਾਰ ਕੇ ਇਹ ਜ਼ਰੂਰ ਵੇਖਿਓ ਕਿ ਕੀ ਗਲਤੀ ਤੁਹਾਡੀ ਤੇ ਨਹੀਂ। ਜੇ ਹੈ ਤਾਂ ਮੁਆਫੀ ਮੰਗ ਕੇ ਜੋ ਨੁਕਸਾਨ ਹੋਇਆ ਉਹਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰਿਓ। ਹੁਣ ਆਪਾਂ ਅੱਗੇ ਚੱਲਦੇ ਹਾਂ। ਬਾਤ ਚੀਤ ਸਭ ਰਹੀ ਸਿਆਣਪ, ਜਿਸੈ ਜਨਾਵੋ ਸੋ ਜਾਣੈ ਨਾਨਕ। ਹੁਣ ਮੈਂ ਇਹ ਗੱਲਬਾਤ ਕੀਤੀ, ਜ਼ਰੂਰੀ ਨਹੀਂ ਕਿ ਇਸ ਗੱਲਬਾਤ ਦਾ ਤੁਹਾਡੇ ਤੇ ਅਸਰ ਹੋਵੇ। ਜ਼ਰੂਰੀ ਨਹੀਂ ਕਿ ਤੁਸੀਂ ਇਸ ਗੱਲਬਾਤ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰੋ, ਕਿਉਂਕਿ ਨਿਰੀਆਂ ਗਿਆਨ ਦੀਆਂ ਗੱਲਾਂ ਤੇ ਸਿਆਣਪਾਂ ਪੇਸ਼ ਕਰਕੇ ਕਿਸੇ ਵੀ ਇਨਸਾਨ ਨੂੰ ਅਕਲ ਨਹੀਂ ਦਿੱਤੀ ਜਾ ਸਕਦੀ। ਕਿਸੇ ਵੀ ਇਨਸਾਨ ਨੂੰ ਸਮਝਾਇਆ ਨਹੀਂ ਜਾ ਸਕਦਾ। ਬੇਸ਼ੱਕ ਤੁਸੀਂ ਲੱਖ ਦਲੀਲਾਂ ਵੀ ਪੇਸ਼ ਕਰ ਲਵੋ, ਉਹਨੂੰ ਸਮਝ ਉਦੋਂ ਆਏਗੀ ਜਦੋਂ ਉਹ ਪ੍ਰਮਾਤਮਾ ਖੁਦ ਉਹਨੂੰ ਸਮਝ ਬਖਸ਼ੇਗਾ। ਜਿਸੈ ਜਨਾਵੋ ਸੋ ਜਾਣੈ। ਇਹ ਸੂਝ ਜਿਸ ਨੂੰ ਉਹ ਪ੍ਰਮਾਤਮਾ ਬਖਸ਼ਦਾ ਹੈ ਉਸੇ ਨੂੰ ਹੀ ਆਉਂਦੀ ਹੈ, ਕਿਸੇ ਦੇ ਵੀ ਦਿੱਤਿਆਂ ਨਹੀਂ ਆਉਂਦੀ। ਸ਼ਲੋਕ। ਭੈ ਭੰਜਨ ਅਗ ਦੂਖ ਨਾਸ, ਮਨੈ ਅਰਾਧ ਹਰੇ, ਸੰਤ ਸੰਗ ਜਿਹ ਹਿਰਦ ਵਸਿਓ, ਨਾਨਕ ਤੇ ਨਾ ਭ੍ਰਮੇ। ਭੈ ਭੰਜਨ ਭਾਵ ਕਿ ਡਰ ਨੂੰ ਦੂਰ ਕਰਨ ਵਾਲਾ, ਡਰ ਦਾ ਨਾਸ ਕਰਨ ਵਾਲਾ ਉਹ ਪ੍ਰਮਾਤਮਾ, ਜਿਨ੍ਹਾਂ ਨੇ ਵੀ ਆਪਣੇ ਮਨਾਂ ਦੇ ਵਿੱਚ ਅਰਾਧਿਆ ਹੈ, ਉਹਨਾਂ ਦੇ ਡਰ, ਪਾਪ ਅਤੇ ਦੁੱਖਾਂ ਦਾ ਨਾਸ ਹੋ ਗਿਆ ਹੈ। ਭੈ ਭੰਜਨ ਅਗ ਦੂਖ ਨਾਸ, ਮਨੈ ਅਰਾਧ ਹਰੇ, ਸੰਤ ਸੰਗ ਜਿਹ ਹਿਰਦ ਵਸਿਓ। ਸਾਧ ਸੰਗਤ ਦੇ ਵਿੱਚ ਜੁੜ ਕੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ, ਨਾਨਕ ਤੇ ਨਾ ਭ੍ਰਮੇ, ਉਹ ਭਟਕਣਾ ਦੇ ਵਿੱਚ ਨਹੀਂ ਪੈਂਦੇ। ਪੌੜੀ। ਭੱਬਾ ਭਰਮ ਮਿਟਾਵੋ ਆਪਣਾ, ਇਆ ਸੰਸਾਰ ਸਗਲ ਹੈ ਸੁਪਨਾ। ਗੁਰੂ ਜੀ ਕਹਿੰਦੇ ਕਿ ਆਪਣੇ ਭਰਮ ਨੂੰ ਮਿਟਾਓ, ਆਪਣੀ ਭਟਕਣਾ ਨੂੰ ਦੂਰ ਕਰੋ। ਇਹ ਸੰਸਾਰ ਸੁਪਨੇ ਵਰਗਾ ਹੈ। ਜਿਵੇਂ ਕਿ ਸੁਪਨੇ ਦੇ ਵਿੱਚ ਜਦੋਂ ਅਸੀਂ ਹੁੰਦੇ ਹਾਂ ਤਾਂ ਸਭ ਕੁਝ ਬੜਾ ਅਸਲੀਅਤ ਵਰਗਾ ਲੱਗਦਾ ਹੈ, ਪਰ ਜਦੋਂ ਹੀ ਜਾਗ ਜਾਂਦੇ ਹਾਂ ਸੁਪਨਾ ਟੁੱਟ ਜਾਂਦਾ ਹੈ ਤੇ ਅਸਲੀਅਤ ਸਾਡੇ ਸਾਹਮਣੇ ਹੁੰਦੀ ਹੈ। ਗੁਰੂ ਜੀ ਕਹਿੰਦੇ ਕਿ ਇਹ ਸੰਸਾਰ ਵੀ ਸੁਪਨੇ ਵਰਗਾ ਹੈ। ਸਾਨੂੰ ਸਭ ਕੁਝ ਬੜਾ ਅਸਲੀ ਲੱਗਦਾ ਹੈ। ਸਾਨੂੰ ਲੱਗਦਾ ਹੈ ਕਿ ਅਸੀਂ ਇਸ ਸੰਸਾਰ ਦਾ ਆਨੰਦ ਮਾਣ ਰਹੇ ਹਾਂ, ਪਰ ਜਿਸ ਦਿਨ ਅਸਲੀ ਜਾਗ ਆਉਂਦੀ ਹੈ, ਜਿਸ ਦਿਨ ਇਹ ਮੋਹ ਦੀ ਨੀਂਦ ਟੁੱਟਦੀ ਹੈ, ਅਸਲ ਆਨੰਦ ਦਾ ਉਦੋਂ ਹੀ ਪਤਾ ਚੱਲਦਾ ਹੈ। ਅਸਲੀਅਤ ਉਸ ਦਿਨ ਸਾਡੇ ਸਾਹਮਣੇ ਆਉਂਦੀ ਹੈ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿੱਧ ਸਾਧਕ ਬ੍ਰਹਮੇਵਾ। ਪਰ ਕਹਿੰਦੇ ਇਕੱਲਾ ਮਨੁੱਖ ਹੀ ਨਹੀਂ, ਵੱਡੇ ਵੱਡੇ ਦੇਵੀ ਦੇਵਤੇ, ਸੁਰਗੀ ਜੀਵ, ਵੱਡੇ ਵੱਡੇ ਜੋਗੀ, ਸਭ ਹੀ ਇਸ ਮਾਇਆ ਦੇ ਵਿੱਚ ਭਟਕੇ ਨੇ, ਮਾਇਆ ਦੇ ਮੋਹ 'ਚ ਭਟਕੇ ਨੇ। ਭਰਮ ਭਰਮ ਮਾਨੁਖ ਡਹਿਕਾਏ, ਦੁੱਤਰ ਮਹਾ ਬਿਖਮ ਇਹ ਮਾਏ। ਅਨੇਕਾਂ ਹੀ ਮਨੁੱਖ ਇਸ ਮਾਇਆ ਦੇ ਬਹਿਕਾਵੇ ਵਿੱਚ ਆਉਂਦੇ ਰਹੇ ਨੇ, ਧੋਖੇ ਵਿੱਚ ਆਉਂਦੇ ਰਹੇ ਨੇ ਤੇ ਭਟਕਦੇ ਰਹੇ ਨੇ। ਇਹ ਮਾਇਆ ਦਾ ਜੋ ਸਾਗਰ ਹੈ ਬੜਾ ਹੀ ਮਹਾਨ ਤੇ ਔਖਾ ਹੈ, ਇਹਨੂੰ ਤਰਨਾ ਬੜਾ ਮੁਸ਼ਕਿਲ ਹੈ। ਦੁੱਤਰ ਮਹਾ ਬਿਖਮ ਇਹ ਮਾਈ।
ਪਰ ਇਹ ਵੀ ਨਹੀਂ ਕਿ ਇਹਨੂੰ ਤਰਿਆ ਨਹੀਂ ਜਾ ਸਕਦਾ, ਮਾਇਆ ਦੀ ਭਟਕਣਾ ਨੂੰ ਮਿਟਾਇਆ ਨਹੀਂ ਜਾ ਸਕਦਾ। ਗੁਰਮੁਖ ਭਰਮ ਭੈ ਮੋਹ ਮਿਟਾਇਆ। ਜਦੋਂ ਤੁਸੀਂ ਗੁਰੂ ਦੇ ਲੜ ਲੱਗ ਜਾਂਦੇ ਹੋ, ਗੁਰੂ ਦੀ ਸ਼ਰਨ ਪੈ ਜਾਂਦੇ ਹੋ, ਤਾਂ ਮਾਇਆ ਦਾ ਮੋਹ, ਸਹਿਮ ਅਤੇ ਡਰ, ਭਟਕਣਾ ਸਾਰੇ ਹੀ ਦੂਰ ਹੋ ਜਾਂਦੇ ਨੇ। ਗੁਰੂ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਇਸ ਔਖੇ ਸਮੁੰਦਰ ਨੂੰ ਤਰਿਆ ਜਾ ਸਕਦਾ ਹੈ। ਤੇ ਜਦੋਂ ਅਸੀਂ ਤਰਨਾ ਸਿੱਖ ਗਏ, ਨਾਨਕ ਤੇ ਪਰਮ ਸੁਖ ਪਾਇਆ, ਉਹ ਮਨੁੱਖ ਫਿਰ ਸਰਵ ਸ੍ਰੇਸ਼ਟ ਆਤਮਿਕ ਆਨੰਦ ਮਾਣਦਾ ਹੈ। ਸ਼ਲੋਕ। ਮਾਇਆ ਡੋਲੈ ਬਹੁ ਵਿਧੀ, ਮਨ ਲਪਟਿਓ ਤਿਹ ਸੰਗ, ਮੰਗਨ ਤੇ ਜਿਹ ਤੁਮ ਰੱਖੋ, ਸੋ ਨਾਨਕ ਨਾਮੈ ਰੰਗ। ਮਨੁੱਖ ਦਾ ਮਨ ਕਈ ਤਰੀਕਿਆਂ ਦੇ ਨਾਲ ਮਾਇਆ ਖਾਤਰ ਡੋਲਦਾ ਰਹਿੰਦਾ ਹੈ। ਜਦੋਂ ਮਾਇਆ ਦੀ ਗੱਲ ਆਉਂਦੀ ਹੈ ਤਾਂ ਸਿਰਫ ਧਨ ਸੰਪત્ਤੀ ਹੀ ਨਹੀਂ, ਇਸ ਨਾਸਵੰਤ ਸੰਸਾਰ ਦੇ ਨਾਲ ਜੋ ਸਾਡਾ ਮੋਹ ਹੈ, ਉਹ ਸਭ ਕੁਝ ਹੀ ਮਾਇਆ ਹੈ। ਇਸ ਲਈ ਬੜੇ ਤਰੀਕਿਆਂ ਦੇ ਨਾਲ ਮਾਇਆ ਸਾਡੇ ਮਨ ਨੂੰ ਆਪਣੇ ਵੱਲ ਡੁਲਾਉਂਦੀ ਹੈ ਤੇ ਅਸੀਂ ਮਾਇਆ ਦੇ ਨਾਲ ਚੁੰਬੜੇ ਰਹਿੰਦੇ ਹਾਂ। ਪਰ ਗੁਰੂ ਜੀ ਕਹਿੰਦੇ ਕਿ ਮੰਗਨ ਤੇ ਜਿਹ ਤੁਮ ਰੱਖੋ, ਕਿਉਂਕਿ ਮਨੁੱਖ ਸਦਾ ਹੀ ਮਾਇਆ ਮੰਗਦਾ ਹੈ। ਇਸ ਲਈ ਜਿਸ ਮਨੁੱਖ ਨੂੰ ਉਹ ਪਰਮਾਤਮਾ ਖੁਦ ਮਾਇਆ ਮੰਗਣ ਤੋਂ ਰੱਖਦਾ ਹੈ, ਵਰਜਦਾ ਹੈ, ਉਹੀ ਮਨੁੱਖ ਉਸ ਪਰਮਾਤਮਾ ਦੇ ਨਾਮ ਨਾਲ ਪਿਆਰ ਪਾਉਂਦਾ ਹੈ, ਉਹਦੇ ਨਾਮ ਵਿੱਚ ਰੰਗਿਆ ਰਹਿੰਦਾ ਹੈ। ਪੌੜੀ। ਮੰਮਾ ਮੰਗਣ ਹਾਰ ਇਆਣਾ, ਦੇਨ ਹਾਰ ਦੇ ਰਹਿਓ ਸੁਜਾਨਾ। ਇਹ ਜੋ ਮੰਗਣ ਹਾਰ ਹੈ, ਭਾਵ ਜਿਹੜਾ ਮੰਗਦਾ ਰਹਿੰਦਾ ਹੈ, ਮਨੁੱਖ ਹਰ ਵਕਤ ਜਿਹੜਾ ਮਾਇਆ ਮੰਗਦਾ ਰਹਿੰਦਾ ਹੈ, ਉਹ ਇਆਣਾ ਹੈ, ਬੇਸਮਝ ਹੈ। ਤੇ ਜੋ ਸਾਡੇ ਸਭਨਾਂ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਹੈ, ਜੋ ਸਿਆਣਾ ਹੈ, ਉਹ ਸਾਨੂੰ ਦੇਈ ਜਾ ਰਿਹਾ ਹੈ। ਸਾਡੇ ਬਿਨਾਂ ਮੰਗਿਆਂ ਹੀ ਸਾਨੂੰ ਬਹੁਤ ਕੁਝ ਦੇ ਦਿੱਤਾ ਹੋਇਆ ਹੈ। ਜੋ ਦੀਨੋ ਸੋ ਏਕੈ ਵਾਰ, ਇੱਕ ਵਾਰ 'ਚ ਹੀ ਉਸ ਪਰਮਾਤਮਾ ਨੇ ਸਾਨੂੰ ਸਭ ਕੁਝ ਦੇਤਾ ਹੈ, ਜੋ ਵੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੈ। ਮਨ ਮੂਰਖ ਕਹਿ ਕਰੇ ਪੁਕਾਰ। ਕਹਿੰਦੇ ਜਦੋਂ ਇੱਕ ਵਾਰ ਉਸ ਪਰਮਾਤਮਾ ਨੇ ਸਾਨੂੰ ਸਭ ਕੁਝ ਦੇਤਾ ਹੈ, ਫਿਰ ਹੇ ਮੂਰਖ ਮਨ, ਤੂੰ ਕਿਉਂ ਸਦਾ ਮਾਇਆ ਵਾਸਤੇ ਹੀ ਤਰਲੇ ਲੈ ਰਿਹਾ ਹੈ? ਕਿਉਂ ਸਦਾ ਉਸ ਪਰਮਾਤਮਾ ਤੋਂ ਹੋਰ ਮਾਇਆ ਮੰਗਦਾ ਰਹਿੰਦਾ ਹੈ? ਜੋ ਮੰਗੈ ਤਉ ਮੰਗੈ ਬੀਆ। ਕਹਿੰਦੇ ਤੂੰ ਜਦੋਂ ਵੀ ਮੰਗਦਾ ਹੈ, ਪਰਮਾਤਮਾ ਦੇ ਨਾਮ ਨੂੰ ਛੱਡ ਕੇ ਹੋਰ ਕੁਝ ਹੀ ਮੰਗਦਾ ਹੈ, ਹੋਰ ਚੀਜ਼ਾਂ ਹੀ ਮੰਗਦਾ ਹੈ। ਤੇ ਉਹ ਚੀਜ਼ਾਂ ਮੰਗਦਾ ਹੈ ਜਾਤੇ ਕੁਸ਼ਲ ਨਾ ਕਾਹੂ ਥੀਆ, ਜਿਹੜੀਆਂ ਦੇ ਵਿੱਚੋਂ ਆਤਮਿਕ ਆਨੰਦ ਅੱਜ ਤੱਕ ਕਿਸੇ ਨੇ ਨਹੀਂ ਪਾਇਆ। ਸਰੀਰਕ ਤੌਰ ਤੇ ਉਹਨਾਂ ਚੀਜ਼ਾਂ, ਉਹਨਾਂ ਪਦਾਰਥਾਂ ਨੂੰ ਮਾਣ ਸਕਦੇ ਹੋ, ਕੁਝ ਪਲ ਦੇ ਲਈ ਖੁਸ਼ ਹੋ ਸਕਦੇ ਹੋ, ਪਰ ਜੋ ਅਸਲੀ ਆਤਮਿਕ ਆਨੰਦ ਹੈ, ਉਹਨਾਂ ਚੀਜ਼ਾਂ ਤੋਂ ਕਦੇ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਇਸ ਲਈ ਮੰਗਣ ਮੰਗ ਤਾਂ ਏਕੈ ਮੰਗ। ਸਾਨੂੰ ਹਦਾਇਤ ਕਰਦੇ ਹੋਏ ਗੁਰੂ ਜੀ ਕਹਿੰਦੇ ਕਿ ਜੇ ਤੂੰ ਮੰਗਣਾ ਹੀ ਹੈ ਤਾਂ ਸਿਰਫ ਇੱਕ ਮੰਗ, ਉਸ ਪਰਮਾਤਮਾ ਦਾ ਨਾਮ ਮੰਗ। ਨਾਨਕ ਜਾਤੇ ਪਰੇ ਪਰਾਗ, ਜਿਹਦੀ ਬਰਕਤ ਨਾਲ ਤੂੰ ਮਾਇਕ ਪਦਾਰਥਾਂ ਦੀ ਮੰਗ ਤੋਂ ਪਰਲੇ ਪਾਰ ਲੰਘ ਜਾਵੇਂ। ਜੇ ਇੱਕ ਵਾਰ ਤੇਰਾ ਪਰਮਾਤਮਾ ਦੇ ਨਾਮ ਦੇ ਨਾਲ ਮੋਹ ਪੈ ਜਾਵੇ, ਉਸ ਆਤਮਿਕ ਆਨੰਦ ਨੂੰ ਤੂੰ ਮਹਿਸੂਸ ਕਰ ਲਵੇਂ, ਤਾਂ ਫਿਰ ਤੂੰ ਮਾਇਕ ਪਦਾਰਥਾਂ ਦੀ ਮੰਗ ਨਹੀਂ ਕਰੇਗਾ, ਕਿਉਂਕਿ ਉਹਨਾਂ 'ਚੋਂ ਮਿਲਣ ਵਾਲਾ ਆਨੰਦ ਉਸ ਸਦੀਵੀ ਆਤਮਿਕ ਆਨੰਦ ਦੇ ਮੁਕਾਬਲੇ 'ਚ ਬਹੁਤ ਹੀ ਥੋੜ੍ਹਾ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 258ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚੋਂ ਵੀ ਅਸੀਂ ਕਾਫੀ ਕੁਝ ਸਿੱਖਿਆ, ਤੇ ਸਭ ਤੋਂ ਵੱਡੀ ਗੱਲ ਇਹ ਕਿ ਉਸ ਪਰਮਾਤਮਾ ਦੇ ਨਾਲ ਸਾਂਝ ਪਾਈਏ, ਉਹਦੇ ਨਾਮ ਨੂੰ ਪਛਾਣੀਏ, ਉਹਨੂੰ ਚੇਤੇ ਦੇ ਵਿੱਚ ਰੱਖੀਏ। ਇਸ ਗੱਲ ਦੇ ਵਿੱਚੋਂ, ਇਸ ਵਰਤਾਰੇ ਦੇ ਵਿੱਚੋਂ ਜੋ ਸਾਨੂੰ ਆਤਮਿਕ ਆਨੰਦ ਮਿਲਣਾ ਹੈ, ਉਹ ਨਾਸਵੰਤ ਪਦਾਰਥਾਂ ਦੇ ਵਿੱਚੋਂ ਕਦੇ ਵੀ ਮਿਲ ਨਹੀਂ ਸਕਦਾ। ਦੂਜੀ ਗੱਲ ਕਿ ਇਹ ਮਨੁੱਖਾ ਜੀਵਨ ਸਾਨੂੰ ਬੜੀ ਮੁਸ਼ਕਲ ਦੇ ਨਾਲ ਮਿਲਿਆ ਹੈ, ਪਰ ਇਹਦੇ ਵਿੱਚ ਇੱਕ ਖਾਮੀ ਹੈ ਕਿ ਸਾਡਾ ਮਨ ਮਾਇਆ ਦੇ ਬੰਧਨਾਂ ਦੇ ਵਿੱਚ ਬੱਝਾ ਰਹਿੰਦਾ ਹੈ। ਇਸ ਲਈ ਪਰਮਾਤਮਾ ਦਾ ਨਾਮ ਜਪੀਏ, ਇਸ ਬੰਧਨ ਨੂੰ ਕੱਟੀਏ ਤੇ ਮਨੁੱਖੇ ਜਨਮ ਦਾ ਪੂਰਾ ਲਾਭ ਉਠਾਈਏ। ਸੋ ਇਹਨਾਂ ਸਾਰੇ ਸੰਦੇਸ਼ਾਂ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ।
ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।